ਵੀਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਹਰਪ੍ਰੀਤ ਸਿੰਘ ਆਇਰਲੈਂਡ ਦੀ ਹੈ। ਇਹ ਲਿਖਦੇ ਹਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਜੀ ਨੀਲਮ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਸ ਵਾਰ ਈਮੇਲ ਲਿਖਣ ਵਿੱਚ ਥੋੜੀ ਦੇਰ ਹੋ ਗਈ। ਦਰਅਸਲ 2 ਮਹੀਨੇ ਪਹਿਲਾਂ ਆਇਰਲੈਂਡ ਤੋਂ ਅਮਰੀਕਾ ਆਇਆ ਹਾਂ। ਨਵੀਂ ਥਾਂ ਤੇ ਪੜ੍ਹਾਈ ਲਿਖਾਈ ਨੇ ਸਮਾਂ ਨਹੀਂ ਲੱਗਣ ਦਿੱਤਾ, ਪਰ ਸੱਚੋ ਸੱਚ ਨੂੰ ਲਗਾਤਾਰਤਾ ਨਾਲ ਦੇਖ ਰਿਹਾ ਹਾਂ। ਤੁਹਾਡੇ ਵਿਚਾਰਾਂ ਤੋਂ ਸੇਧ ਮਿਲਦੀ ਰਹਿੰਦੀ ਹੈ। ਹੁਣ ਮੈਂ ਆਪਣੇ ਅੱਜ ਦੇ ਵਿਸ਼ੇ ਤੇ ਆਉਂਦਾ ਹਾਂ। ਡਾਕਟਰ ਸਾਹਿਬ ਪਿਛਲੇ ਦਿਨਾਂ 'ਚ ਹੀ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਹੈ। ਸਾਡੀ ਕੌਮ ਦੀ ਉਹ ਬਹੁਤ ਹੀ ਸਤਿਕਾਰਿਤ ਸ਼ਖਸੀਅਤ ਹਨ। ਸੋਚਦੇ ਅਚਾਨਕ ਦਿਮਾਗ ਵਿੱਚ ਇੱਕ ਖਿਆਲ ਉਪਜਿਆ ਕਿ ਹੁਣ ਸਾਡੀ ਕੌਮ ਵਿੱਚ ਬਾਬਾ ਜੀ ਵਰਗੇ ਯੋਧੇ ਕਿਉਂ ਨਹੀਂ ਹੁੰਦੇ। ਇਹ ਸਵਾਲ ਦਾ ਜਵਾਬ ਲੱਭਦੇ ਹੋਰ ਕਈ ਗੱਲਾਂ ਸਾਹਮਣੇ ਆਉਂਦੀਆਂ ਗਈਆਂ। ਅੱਜ ਕੱਲ੍ਹ ਸਿੱਖ ਜਦੋਂ ਆਪਣੇ ਪੁਰਾਤਨ ਯੋਧਿਆਂ ਦੀਆਂ ਗੱਲਾਂ ਕਰਦੇ ਹਨ ਤਾਂ ਉਹ ਅਕਸਰ ਹੀ ਕਹਿੰਦੇ ਹਨ ਕਿ ਉਹ ਤਾਂ ਕੋਈ ਰੱਬੀ ਬਖਸ਼ਿਸ਼ ਵਾਲੀਆਂ ਰੂਹਾਂ ਸਨ, ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ। ਡਾਕਟਰ ਸਾਹਿਬ, ਕੀ ਹੁਣ ਗੁਰੂ ਨੇ ਸਿੱਖਾਂ ਉੱਤੇ ਬਖਸ਼ਿਸ਼ ਕਰਨੀ ਬੰਦ ਕਰ ਦਿੱਤੀ ਹੈ? ਪੁਰਾਤਨ ਸਿੱਖਾਂ ਨੇ ਗੁਰਲਿਪ ਵਿੱਚ ਰਹਿ ਕੇ ਅਸੰਭਵ ਨੂੰ ਸੰਭਵ ਕਰ ਦਿਖਾਇਆ ਸੀ। ਕੀ ਹੁਣ ਆਪਾਂ ਬਸ ਇਤਿਹਾਸ ਪੜ੍ਹ ਕੇ ਹੀ ਖੁਸ਼ ਹੋਣ ਵਾਲੇ ਰਹਿ ਗਏ ਹਾਂ? ਡਾਕਟਰ ਸਾਹਿਬ, ਜੇ ਪੁਰਾਤਨ ਸਿੱਖ ਜੰਗਲਾਂ ਵਿੱਚ ਰਹਿ ਕੇ ਫਾਕੇ ਕੱਟ ਕੇ ਵੀ ਰਾਜ ਲੈ ਸਕਦੇ ਹਨ ਤਾਂ ਅੱਜ ਦਾ ਸਾਡਾ ਬਹੁਤਾ ਹਿੱਸਾ ਨਿਰਾਸ਼ਾਵਾਦੀ ਕਿਉਂ ਹੋ ਗਿਆ ਹੈ? ਜਾਂ ਤਾਂ ਉਹਨਾਂ ਵੀਰਾਂ ਨੂੰ ਆਪਣੇ ਆਪ ਉੱਤੇ ਵਿਸ਼ਵਾਸ ਨਹੀਂ ਰਿਹਾ, ਜਾਂ ਉਹਨਾਂ ਨੇ ਗੁਰੂ ਨੂੰ ਵੀ ਆਮ ਇਨਸਾਨ ਹੀ ਸਮਝ ਲਿਆ ਹੈ। ਗੁਰਲਿਪ ਵਿੱਚ ਰਹਿ ਕੇ ਬਾਣੀ ਨੂੰ ਮਾਰਗਦਰਸ਼ਕ ਮੰਨ ਕੇ ਅਸੀਂ ਵੀ ਅਸੰਭਵ ਨੂੰ ਸੰਭਵ ਕਰ ਸਕਦੇ ਹਾਂ। ਡਾਕਟਰ ਸਾਹਿਬ, ਮੈਂ ਸੱਚੋ ਸੱਚ ਦੇ ਜ਼ਰੀਏ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਚੜ੍ਹਦੀ ਕਲਾ ਵਿੱਚ ਵਿਚਰੋ, ਸਾਡਾ ਕਾਰ ਜ਼ਰੂਰ ਬਣੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਹਰਪ੍ਰੀਤ ਸਿੰਘ ਜੀ ਆਇਰਲੈਂਡ, ਹੁਣ ਕਿਉਂਕਿ ਆਇਰਲੈਂਡ ਉਹਨਾਂ ਦੇ ਨਾਂ ਨਾਲ ਜੁੜ ਗਏ, ਭਾਵੇਂ ਅਮਰੀਕਾ ਵੀ ਆ ਗਏ ਨੇ, ਅਸੀਂ ਤਾਂ ਆਇਰਲੈਂਡ ਹੀ ਕਹਾਂਗੇ। ਜੀ ਜੀ ਬਿਲਕੁਲ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਲਿਖਿਆ, ਬੜੀ ਖੁਸ਼ੀ ਦੀ ਗੱਲ ਹੈ ਕਿ ਉਹ ਅਮਰੀਕਾ ਦੇ ਵਿੱਚ ਆਏ ਨੇ ਜੀ। ਉਹਨਾਂ ਨੇ ਇੱਕ ਹੋਰ ਪ੍ਰਾਈਵੇਟ ਈਮੇਲ ਵੀ ਲਿਖੀ ਹੈ, ਉਹਦੇ ਰਾਹੀਂ ਮੈਂ ਉਹਨਾਂ ਦੇ ਨਾਲ ਸੰਪਰਕ ਵੀ ਕਰਾਂਗਾ ਆਉਣ ਵਾਲੇ ਦਿਨਾਂ 'ਚ ਜੀ। ਮੈਂ ਸਮਝਦਾ ਵੀ ਉਹ ਸਟੱਡੀ ਦੇ ਆਧਾਰ 'ਤੇ ਹੀ ਆਏ ਨੇ, ਸੋ ਇੱਕ ਬੜੀ ਚੰਗੀ ਗੱਲ ਹੈ ਕਿ ਅਮਰੀਕਾ ਦੀ ਫਿਜ਼ਾ ਦੇ ਵਿੱਚ ਚੰਗੀਆਂ ਯੂਨੀਵਰਸਿਟੀਆਂ 'ਚ ਪੜ੍ਹਨ ਵਾਲੇ ਸਾਡੇ ਵੀਰ ਭੈਣਾਂ, ਸਾਡੇ ਬੱਚੇ ਬੱਚੀਆਂ ਜੀ ਆਜ਼ਾਦੀ ਦੇ ਅਹਿਸਾਸ ਨੂੰ ਔਰ ਗੁਲਾਮੀ ਦੇ ਅਹਿਸਾਸ ਨੂੰ, ਦੋਨੋਂ ਹੀ ਅਹਿਸਾਸ ਹੀ ਹੁੰਦੇ ਨੇ। ਆਜ਼ਾਦੀ ਦਾ ਵੀ ਅਹਿਸਾਸ ਹੀ ਹੁੰਦਾ ਜੀ ਜੀ, ਤੇ ਗੁਲਾਮੀ ਵਾਲਿਆਂ ਦਾ ਜਦੋਂ ਤੱਕ ਆਜ਼ਾਦੀ ਦੀ ਰੂਹ ਵਾਲਿਆਂ ਨੂੰ ਗੁਲਾਮੀ ਦਾ ਅਹਿਸਾਸ ਹੁੰਦਾ ਉਹ ਲੜਦੇ ਨੇ, ਤੇ ਜਦੋਂ ਉਹ ਅਹਿਸਾਸ ਗੁਲਾਮੀ ਦਾ ਮੁੱਕ ਜਾਂਦਾ ਹੈ ਫਿਰ ਉਹ ਗੁਲਾਮੀ ਨੂੰ ਇੰਜੋਏ ਕਰਨ ਲੱਗ ਜਾਂਦੇ ਨੇ। ਜਿਵੇਂ ਅੱਜ ਇੱਕ ਸਾਡਾ ਵੱਡਾ ਤਬਕਾ ਹਿੰਦੁਸਤਾਨ 'ਚ ਕਰਦਾ, ਜਾਂ ਫਿਰ ਭਗੌੜਾਪਨ ਆ ਜਾਂਦਾ ਜੀ, ਤੇ ਭਗੌੜਾਪਨ ਨੂੰ ਜਸਟੀਫਾਈ ਕਰਨ ਲਈ ਫਿਰ ਅਸੀਂ ਬਹਾਨੇ ਲੱਭਦੇ ਹਾਂ। ਕਦੇ ਨੁਕਸ ਲੱਭਾਂਗੇ, ਕਦੇ ਆਪਣਿਆਂ 'ਚ ਲੱਭਾਂਗੇ, ਕਦੇ ਹੋਰ ਗੱਲਾਂ 'ਚ ਲੱਭਾਂਗੇ। ਸੋ ਉਹਨਾਂ ਨੇ ਗੱਲ ਦੀ ਜਿਹੜਾ ਉਹਨਾਂ ਦਾ ਸਿੱਧਾ ਸਵਾਲ ਹੈ, ਜਾਂ ਉਹਨਾਂ ਦਾ ਵੈਸੇ ਤਾਂ ਜਿਹੜੀ ਉਹਨਾਂ ਦੀ ਲਿਖਤ ਹੈ ਉਹ ਆਪਣੇ ਆਪ 'ਚ ਹੀ ਇੰਨੇ ਇੱਕ ਸਿੱਖੀ ਆਸ਼ੇ 'ਚ ਸਿੱਖ ਇਤਿਹਾਸ ਔਰ ਗੁਰਬਾਣੀ ਦੀ ਸਪਿਰਿਟ ਦੇ ਵਿੱਚ ਗੁੜੁੰਦ ਹੁੰਦੀ ਹੈ ਕਿ ਉਹਨੂੰ ਉਹ ਕਿਸੇ ਵੇਰਵੇ ਦੀ ਮੁਹਤਾਜ ਨਹੀਂ ਹੈ। ਪਰ ਫਿਰ ਵੀ ਅਸੀਂ ਦਰਸ਼ਕਾਂ ਦੀ ਸੁਵਿਧਾ ਲਈ ਜਾਂ ਗਿਆਨ ਲਈ ਇਸ ਨੂੰ ਜ਼ਰੂਰ ਥੋੜ੍ਹਾ ਬਹੁਤ ਐਲੈਬੋਰੇਟ ਕਰਦੇ ਜੀ। ਸੋ ਉਹਨਾਂ ਨੇ ਇਹ ਕਿਹਾ ਕਿ ਵੀ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਨ ਗੁਜ਼ਰਿਆ ਔਰ ਉਹ ਉਹਨਾਂ ਵਰਗੇ ਯੋਧੇ ਅੱਜ ਕਿਉਂ ਨਹੀਂ ਹੁੰਦੇ। ਔਰ ਹਾਲਾਂਕਿ ਉਹਨਾਂ ਨੇ ਆਪ ਤਾਂ ਜਵਾਬ ਦਿੱਤਾ ਹੈ, ਆਪ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ, ਪਰ ਉਹਨਾਂ ਨੇ ਵੀ ਇਹਨੂੰ ਇੱਕ ਡਿਸਕਸ਼ਨ ਪੁਆਇੰਟ ਬਣਾਇਆ ਹੈ ਉਹਨਾਂ ਲੋਕਾਂ ਦੇ ਕਹਿਣ ਲਈ ਕਿ ਜਿਹੜੇ ਜਦੋਂ ਕਿ ਆਪਣੇ ਫਰਜ਼ਾਂ ਤੋਂ ਜਾਂ ਆਪ ਜਿਨ੍ਹਾਂ ਦਾ ਵਿਸ਼ਵਾਸ ਡੋਲਿਆ ਹੁੰਦਾ ਹੈ, ਤੇ ਜਦੋਂ ਉਹਨਾਂ ਨੂੰ ਬੀਤੇ ਦਾ ਕੋਈ ਇਤਿਹਾਸ ਸੁਣਾਉਂਦਾ ਹੈ, ਉਹ ਬਾਬਾ ਬੰਦਾ ਸਿੰਘ ਬਹਾਦਰ ਹੋਏ, ਉਹ ਬਾਬਾ ਦੀਪ ਸਿੰਘ ਸ਼ਹੀਦ ਹੋਣ, ਜਾਂ ਭਾਈ ਸੁੱਖਾ ਸਿੰਘ ਮਤਾਬ ਸਿੰਘ ਹੋਣ, ਜਾਂ ਭਾਈ ਤਾਰੂ ਸਿੰਘ ਹੋਣ, ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਹੋਣ ਜੀ, ਤਾਂ ਫਿਰ ਉਹਨਾਂ 'ਚੋਂ ਕਈ ਜਿਹੜੇ ਨੇ ਜਸਟ ਐਜ਼ ਏ ਐਸਕੇਪਿਜ਼ਮ ਉਹ ਤੋਂ ਭੱਜਣ ਦਾ ਰਸਤਾ ਲੱਭਣ ਲਈ ਕਹਿੰਦੇ ਨੇ ਜੀ ਉਹ ਕੋਈ ਆਮ ਲੋਕ ਥੋੜ੍ਹੀ ਸੀ, ਉਹ ਤਾਂ ਬਹੁਤ ਵੱਡੀਆਂ ਰੂਹਾਂ ਸੀ, ਬਹੁਤ ਬਖਸ਼ੀਆਂ ਹੋਈਆਂ ਰੂਹਾਂ ਸੀ, ਉਹ ਤਾਂ ਖਾਸ ਰੂਹਾਂ ਸੀ, ਉਹਨਾਂ ਦਾ ਆਮ ਲੋਕਾਂ ਨਾਲ ਜਿਹੜਾ ਉਹ ਕੰਪੈਰੀਜ਼ਨ ਨਹੀਂ ਕੀਤਾ ਜਾ ਸਕਦਾ ਜੀ ਜੀ। ਹੁਣ ਬੇਸ਼ੱਕ ਜਦੋਂ ਕੋਈ ਇਹ ਗੱਲ ਕਹਿੰਦਾ ਹੈ, ਜੇ ਤੁਸੀਂ ਉਹ ਕਹੋ ਕਿ ਜੀ ਨਹੀਂ ਉਹ ਤਾਂ ਆਮ ਸਨ, ਤੇ ਫਿਰ ਉਹਨਾਂ 'ਚੋਂ ਇੱਕ ਤਬਕਾ ਤੁਹਾਡੇ ਪਿੱਛੇ ਪੈ ਜਾਏਗਾ ਕਿ ਜੀ ਤੁਸੀਂ ਤਾਂ ਬਲੈਸਫੇਮੀ ਕਰ ਰਹੇ ਹੋ, ਤੁਸੀਂ ਤਾਂ ਨਿਰਾਦਰ ਕਰ ਰਹੇ ਹੋ ਜੀ ਜੀ। ਔਰ ਇਹੀ ਕਾਰਨ ਹੈ ਕਿ ਈਵਨ ਇੱਕ ਵੀਡੀਓ ਕਲਿੱਪ, ਮੈਂ ਨਾਂ ਨਹੀਂ ਲਵਾਂਗਾ ਉਸ ਅਖੌਤੀ ਸੰਤ ਦਾ ਜੀ, ਜਿਸ ਨੇ ਇਸ ਸਾਰੀ ਗੱਲ ਨੂੰ ਉਹ ਇਹ ਕਹਿ ਰਿਹਾ ਵੀ ਖਾਲਿਸਤਾਨ ਕਿਵੇਂ ਬਣੇਗਾ, ਕਦੋਂ ਬਣੇਗਾ, ਤੇ ਕਿਸੇ
ਹੋਰ ਦੇ ਨਾਲ ਜੋੜ ਕੇ, ਜਿਨ੍ਹਾਂ ਦੇ ਜਿਹੜੇ ਆ ਕੇ ਕੋਈ ਟੈਸਟੀਫਾਈ ਨਹੀਂ ਕਰ ਸਕਦੇ ਵੀ ਉਹਨਾਂ ਨੇ ਇਹ ਗੱਲ ਕਹੀ, ਉਹ ਫਿਰ ਇੱਕ ਬੜਾ ਲੰਬਾ ਚੌੜਾ ਸੁਣਾਉਂਦੇ ਨੇ ਕਿ ਜੀ ਉਹ ਲੈ ਗਏ, ਹੱਥ ਰੱਖਿਆ, ਗੁਫਾ 'ਚ ਚਲੇ ਗਏ, ਫਿਰ ਇੱਕ ਪਾਸੇ ਬਾਬਾ ਦੀਪ ਸਿੰਘ ਬੈਠੇ ਨੇ, ਇੱਕ ਪਾਸੇ ਫਲਾਣੇ ਬੈਠੇ ਨੇ, ਬੜੀ ਲੰਬੀ ਚੌੜੀ ਕਹਾਣੀ ਸੁਣਾ ਕੇ ਉਹ ਕਹਿੰਦੇ ਜੀ ਇਹ ਤਿਆਰੀ ਕਰ ਰਹੇ ਨੇ ਧਰਤੀ ਤੇ ਵਾਪਸ ਜਾਣ ਦੀ, ਤੇ ਜਦੋਂ ਇਹ ਧਰਤੀ ਤੇ ਵਾਪਸ ਜਾਣਗੇ ਉਦੋਂ ਜਿਹੜਾ ਫਿਰ ਉਹ ਖਾਲਿਸਤਾਨ ਇਹ ਬਣੇਗਾ ਔਰ ਬਣਾਉਣਗੇ। ਇਹ ਉਹ ਰੂਹਾਂ ਨੇ ਜਿਹੜੀਆਂ ਤਿਆਰੀ ਕਰ ਰਹੀਆਂ ਨੇ ਕਿ ਜਿਨ੍ਹਾਂ ਨੇ ਆਉਣਾ ਜੀ। ਸੋ ਇਹ ਤਾਂ ਜਿਹੜਾ ਭਗੌੜਾਪਨ ਹੈ ਉਹਦੀ ਸਿਖਰ ਹੈ। ਉਸ ਦਾ ਮਤਲਬ ਇਹ ਹੈ ਵੀ ਤੁਸੀਂ ਜਿਹੜੇ ਅਸੀਂ ਅੱਜ ਗੁਰਸਿੱਖੀ ਜਾਮੇ ਦੇ ਵਿੱਚ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ, ਮਨੁੱਖਾ ਜਨਮ ਦਿੱਤਾ, ਸਿੱਖੀ ਜੀਵਨ ਦਿੱਤਾ, ਅਸੀਂ ਆਪਣੇ ਫਰਜ਼ਾਂ ਤੋਂ ਭਗੌੜੇ ਹੋ ਕੇ ਅਸੀਂ ਉਡੀਕੀਏ। ਔਰ ਇਹ ਉਹੀ ਕਲਾਸ ਹੈ ਜਿਹੜੇ 20 ਸਾਲ ਪਹਿਲਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸ਼ਹਾਦਤ ਤੋਂ ਮੁਨਕਰ ਰਹੇ ਕਿ ਜੀ ਉਹ ਆਣਗੇ ਤੇ ਆ ਕੇ ਕਰਨਗੇ, ਕਿਉਂਕਿ ਆਪ ਕੁਛ ਨਹੀਂ ਸੀ ਕਰਨਾ ਜਾਂ ਆਪ ਕਿਸੇ ਹੋਰ ਦੀ ਖੇਡ ਖੇਡ ਰਹੇ ਸੀ। ਅੱਜ ਵੀ ਇਹ ਜਿਹੜਾ ਇਸ ਕਿਸਮ ਦਾ ਦਿਖਾਣਾ ਹੈ ਕਿ ਜੀ ਆ ਹੈ, ਇਹ ਤਾਂ ਉਹੀ ਖੇਡ ਹੈ। ਹੁਣ ਜਿਹੜੀ ਗੱਲ ਇਹਨਾਂ ਨੇ ਬੜੀ ਸਿੰਸੈਰਿਟੀ ਦੇ ਨਾਲ ਪੁੱਛੀ ਹੈ, ਦੇਖੋ ਬਖਸ਼ੀਆਂ ਰੂਹਾਂ ਕਿਹੜੀਆਂ ਹੁੰਦੀਆਂ ਨੇ? ਬਖਸ਼ਿਸ਼ ਤਾਂ ਸਾਡੇ ਤੇ ਉਦੋਂ ਹੀ ਹੋ ਜਾਂਦੀ ਹੈ ਜਦੋਂ ਅਕਾਲ ਪੁਰਖ, ਅਸੀਂ ਕਿੱਥੇ ਜੰਮਣਾ ਹੈ ਸਾਡੇ ਹੱਥ ਤਾਂ ਨਹੀਂ, ਹੱਥ ਵਸ ਤਾਂ ਨਹੀਂ ਹੈ ਜੀ। ਜੇ ਅਕਾਲ ਪੁਰਖ ਨੇ ਸਾਨੂੰ ਗੁਰਸਿੱਖਾਂ ਦੇ ਘਰ ਜਨਮ ਦਿੱਤਾ ਹੈ ਤੇ ਇਹ ਉਹਦੀ ਬਖਸ਼ਿਸ਼ ਸੀ, ਮਨੁੱਖਾ ਜਨਮ ਦਿੱਤਾ, ਨਿਰੋਆ ਰੱਖਿਆ। ਫਿਰ ਅਸੀਂ ਜਿਹੜਾ ਉਸ ਰਸਤੇ ਤੇ ਤੁਰੇ, 10 ਗੁਰੂ ਸਾਹਿਬਾਨ ਇਸ ਧਰਤੀ ਤੇ ਨਾਜ਼ਲ ਕੀਤੇ, ਇਹ ਵੀ ਬਖਸ਼ਿਸ਼ ਜੀ। ਫਿਰ 10 ਗੁਰੂ ਸਾਹਿਬਾਨ ਕਿਤੇ ਗਏ ਨਹੀਂ, ਉਹਨਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ 'ਚ ਬੈਠ ਗਈ ਐਟਰਨਲ, ਹਮੇਸ਼ਾ ਦੇ ਲਈ। 10 ਗੁਰੂ ਸਾਹਿਬਾਨ ਦਾ ਦੀਦਾਰ ਬਾਣੀ ਦੇ ਵਿੱਚੋਂ ਸਾਨੂੰ ਹੁੰਦਾ, ਸ਼ਬਦ ਦੇ ਸਾਨੂੰ ਲੜ ਲਾਇਆ। ਹੁਣ ਬਾਬਾ ਦੀਪ ਸਿੰਘ ਜੀ ਵੀ ਉਸੇ ਤਰ੍ਹਾਂ ਪਹੂ ਵਿੰਡ ਦੇ ਵਿੱਚ ਸਧਾਰਨ ਬੱਚਿਆਂ ਦੀ ਤਰ੍ਹਾਂ ਗਰੋ ਹੁੰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਦੀ ਚਰਨ ਛੋਹ ਮਿਲਦੀ ਹੈ, ਉਹਨਾਂ ਦੀ ਟ੍ਰੇਨਿੰਗ ਉਸ ਜਿਹੜੀ ਹੁੰਦੀ ਹੈ, ਅੰਮ੍ਰਿਤ ਪਾਨ ਕਰਦੇ ਨੇ, ਉਹਨਾਂ ਦੇ ਵਿਚਲੀ ਵਿਦਵਤਾ, ਬਹਾਦਰੀ ਅਤੇ ਸ਼ਹਾਦਤ। ਸੋ ਇਹ ਸਾਰਾ ਹੀ ਸਫ਼ਰ ਉਹ ਤਾਂ ਹਿਸਟਰੀ ਮੇਕਰ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਮੌਜੂਦਗੀ 'ਚ ਉਹਨਾਂ ਦੀ ਚਰਨ ਛੋਹ ਲੈ ਕੇ ਹਿਸਟਰੀ ਬਣਾਈ। ਪਰ ਅਸੀਂ ਜੇ ਉਹਨਾਂ ਦਾ ਫਿਰ ਫੋਲੋ ਅਪ ਦੇਖੀਏ ਕਿ ਕਿਵੇਂ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਯੋਧੇ ਆਪਣੇ ਘਰਾਂ 'ਚੋਂ, ਸਧਾਰਨ ਪਰਿਵਾਰਾਂ 'ਚੋਂ ਨਿਕਲ ਕੇ ਚਰਖੜੀਆਂ 'ਤੇ ਚੜ੍ਹੇ ਨੇ, ਆਰਿਆਂ ਨਾਲ ਚਿਰਾਏ ਗਏ, ਕਿਵੇਂ ਕਿਵੇਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ, ਖੋਪਰੀਆਂ ਲੋਹਾਈਆਂ, ਤੇ ਕਿਵੇਂ ਉਹਨਾਂ ਦੇ ਹੀ ਅੱਗੋਂ ਪ੍ਰੇਰਨਾ ਲੈ ਕੇ ਅਸੀਂ ਦਿੱਲੀ ਤਖਤ ਨੂੰ ਵੀ ਨਿਵਾਇਆ, ਅਸੀਂ ਕਾਬਲ ਕੰਧਾਰ ਤੱਕ ਜਾ ਕੇ ਗੂੰਜਾਂ ਪਾਈਆਂ, ਇੰਨਾ ਵੱਡਾ ਅਸੀਂ ਰਾਜ ਸਿਰਜਿਆ। ਸੋ ਗੁਰੂ ਦੀ ਬਖਸ਼ਿਸ਼ ਤਾਂ ਹਮੇਸ਼ਾ ਹੀ ਹੈ, ਅਸੀਂ ਉਸ ਦੇ ਪਾਤਰ ਬਣਨਾ, ਗੁਰੂ ਦੀ ਗੱਲ ਨੂੰ ਸਮਝਣਾ। ਔਰ ਜਿਵੇਂ ਉਹਨਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਗੁਰੂ ਲਿਵ ਦੇ ਵਿੱਚ ਜੇ ਸਾਡਾ ਵਿਸ਼ਵਾਸ ਹੈ, ਗੁਰੂ ਦੇ ਨਾਲ ਲਿਵ ਲਾ ਕੇ, ਔਰ ਗੁਰਬਾਣੀ ਸਾਡੀ ਮਾਰਗਦਰਸ਼ਕ ਹੈ, ਤੇ ਫਿਰ ਸਾਡੇ ਜੀਵਨ ਦੇ ਵਿੱਚ ਕੋਈ ਹਨੇਰੇ ਦੀ, ਕੋਈ ਢਹਿੰਦੀ ਕਲਾ ਦੀ, ਕੋਈ ਕਮਜ਼ੋਰੀ ਦੀ ਥਾਂ ਨਹੀਂ। ਔਰ ਜਿਨ੍ਹਾਂ ਸਿੰਘਾਂ ਨੇ, ਸਿੰਘਣੀਆਂ ਨੇ ਪੁਰਾਤਨ ਸਮੇਂ 'ਚ ਤਬਦੀਲੀ ਲਿਆਂਦੀ, ਉਹ ਤਾਂ ਹਜ਼ਾਰਾਂ 'ਚ ਸਨ। ਅਸੀਂ ਤਾਂ ਅੱਜ ਕਰੋੜਾਂ 'ਚ ਹੈ, 2 ਜਾਂ 2.5 ਕਰੋੜ, 3 ਕਰੋੜ, 30 ਮਿਲੀਅਨ, 3 ਕਰੋੜ ਹੈ ਜੀ। ਉਹ ਇੱਕ ਲਿਮਿਟਿਡ ਖਿੱਤੇ ਦੇ ਵਿੱਚ ਸਨ, ਅਸੀਂ ਦੁਨੀਆ ਭਰ ਦੇ ਵਿੱਚ ਹੈ। ਸਾਡੇ ਕੋਲ ਖੁਸ਼ਹਾਲੀ ਹੈ, ਕਿੰਨੇ ਸਾਧਨ ਨੇ, ਕਿਸ ਲੈਵਲ ਦੀ ਐਜੂਕੇਸ਼ਨ ਹੈ, 150 ਤੋਂ ਜ਼ਿਆਦਾ ਦੇਸ਼ਾਂ 'ਚ ਅਸੀਂ ਆਪਣੇ ਗੁਰਦੁਆਰੇ ਸਥਾਪਿਤ ਕੀਤੇ ਨੇ। ਸੋ ਜਿਸ ਪੋਜੀਸ਼ਨ 'ਚ ਅੱਜ ਅਸੀਂ ਹੈ, ਅੱਜ ਅਸੀਂ ਮੱਚ ਬੈਟਰ ਪੋਜੀਸ਼ਨ 'ਚ ਹੈ ਉਹਨਾਂ ਦੇ ਕੰਪੈਰੀਜ਼ਨ 'ਚ ਜਿਹਨਾਂ ਨੇ 17ਵੀਂ 18ਵੀਂ ਸਦੀ 'ਚ ਵਿਸ਼ਵਾਸ ਔਰ ਗੁਰੂ ਲਿਵ ਦੇ ਸਹਾਰੇ ਤਬਦੀਲੀ ਲਿਆਂਦੀ ਹੈ। ਸੋ ਮੈਂ ਸਮਝਦਾ ਕਿ ਵੀ ਇਹ ਸਾਡੇ ਖਾਲਸਾਈ ਗਗਨ ਦੇ ਰੋਸ਼ਨ ਸਿਤਾਰੇ ਨੇ ਜੀ, ਜਿੰਨੇ ਵੀ ਅਸੀਂ ਸ਼ਹੀਦਾਂ ਨੂੰ ਅਰਦਾਸ ਦੇ ਵਿੱਚ ਯਾਦ ਕਰਦੇ। ਪਰ ਹਰ ਸਿੰਘ ਔਰ ਸਿੰਘਣੀ ਦੇ ਵਿੱਚ ਉਹ ਤੌਫੀਕ ਹੈ, ਉਹ ਗੁਰੂ ਦੇ ਉੱਤੇ ਵਿਸ਼ਵਾਸ ਕਰਕੇ ਉਹੀ ਰੁਤਬੇ ਨੂੰ ਹਾਸਲ ਕਰ ਸਕਦੀ ਹੈ। ਹਾਂ, ਜਿਹੜੀਆਂ ਗੁਰੂ ਜੋਤ ਨੇ 10 ਗੁਰੂ ਸਾਹਿਬਾਨ, ਉਹ ਡਿਵਾਈਨ, ਉਹ ਜਿਸ ਕੀ ਵਸਤ ਸਹਿ ਕਾ ਰਾਵੇ, ਉਹ ਗੁਰੂ ਨੇ, ਅਕਾਲ ਪੁਰਖ ਨੇ ਰੱਖਿਆ ਹੋਇਆ। ਬਾਕੀ ਸਭ ਨੂੰ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਜਿਹੜਾ ਉਹ ਰੁਤਬਾ ਮਿਲਦਾ ਹੈ, ਧਰਤੀ ਤੇ ਆਕਾਸ਼ ਚੜਾਵੇ ਉੱਪਰ ਲੈ ਜਾਂਦਾ ਹੈ। ਪਰ ਜੇ ਸਾਡਾ ਗੁਰੂ ਲਿਵ ਸਾਡੀ ਰਹੇਗੀ, ਗੁਰੂ 'ਚ ਵਿਸ਼ਵਾਸ ਰਹੇਗਾ, ਗੁਰਬਾਣੀ ਸਾਡੀ ਮਾਰਗਦਰਸ਼ਕ ਹੋਏਗੀ, ਔਰ ਅਸੀਂ ਸੱਚਮੁੱਚ ਗੁਰਸਿੱਖੀ ਜੀਵਨ ਨੂੰ ਸਮਰਪਿਤ ਹੋਵਾਂਗੇ। ਸੁਵੀਰ ਹਰਪ੍ਰੀਤ ਸਿੰਘ ਆਇਰਲੈਂਡ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਆਈਆਂ ਈਮੇਲਸ ਉੱਪਰ ਆਪਣੇ ਵਿਚਾਰਾਂ ਦੀ ਰੋਸ਼ਨੀ ਪਾਈ। ਤੇ ਹੁਣ ਅਸੀਂ ਲੈਣੇ ਬ੍ਰੇਕ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।